ਸ਼ਾਹੀ ਸਾਹਿਬ, ਇਹ ਪਿੰਕੀ ਦਾ ਕੇਸ ਚੱਲ ਰਿਹਾ ਹੈ। ਰਾਤ ਨੂੰ ਜਿਹੜੀਆਂ ਖਬਰਾਂ ਚੱਲ ਰਹੀਆਂ ਸਨ ਨਾ, ਉਹ ਪੜ੍ਹ ਕੇ ਤੇ ਨਾ ਉਹ ਦੇਖ ਕੇ ਤੇ ਬੜਾ ਹਾਸਾ ਆਇਆ। ਮੈਂ ਸੋਚ ਰਿਹਾ ਸਾਂ ਕਿ ਪਹਿਲੇ ਦਿਨ ਐਡੀ ਆਜ਼ਾਦਾਨਾ ਉਹ ਫਿਰ ਰਹੀ ਹੈ ਸ੍ਰੀ ਕੋਰਟ ਦੇ ਵਿੱਚ, ਅੱਜ ਉਹਨਾਂ ਨੇ ਉਹਨੂੰ ਪੇਸ਼ ਕਰਨਾ ਸੀ, ਤੇ ਕੱਲ ਰਾਤ ਨੂੰ ਉਹ ਖਬਰਾਂ ਦੇ ਮੁਤਾਬਿਕ ਉਹ ਥਾਣੇ ਦੇ ਇਰਦ ਗਿਰਦ ਸਨਾਈਪਰ ਤਾਇਨਾਤ ਸਨ। ਦਿਨ ਰਾਤ ਸ਼ਿਫਟਾਂ ਲੱਗ ਗਈਆਂ ਸਨ, ਕਿੰਨੇ 100 ਮੁਲਾਜ਼ਮਾਂ ਦੀਆਂ ਥਾਣੇ ਦੀਆਂ। ਇੱਕ ਮਿਸਾਲ ਹੈ ਕਿ ਉਹਦੀ ਹੋ ਰਹੀ ਹੈ ਪੂਰੀ ਦੇਖਭਾਲ 'ਚ, ਤੇ ਐਸਪੀ ਸਾਹਿਬ, ਡਿਪਟੀ ਸਾਹਿਬ, ਇੰਸਪੈਕਟਰਾਂ ਦੇ ਕਈਆਂ ਦੇ ਨਾਂ ਨਾ, ਇੰਨਾ ਕੁ ਖਬਰਾਂ ਦੇ ਮੁਤਾਬਿਕ ਉਹਨੂੰ ਹਾਈਫਾਈ ਕਰਕੇ ਦਿਖਾ ਰਹੇ ਸਨ। ਇੰਨਾ ਕੁ ਖਤਰਨਾਕ ਉਹ ਦੇਖ ਕੇ ਮੈਂ ਦੇਖ ਰਿਹਾ ਸਾਂ ਕਿ ਬਈ ਉਹ ਤੇ ਅੱਜ ਤੱਕ ਇੰਨਾ ਕੋਈ ਮੁਜਰਮ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਕੋਈ ਐਸੀ ਖਬਰ ਅੱਜ ਤੱਕ ਮੈਂ ਨਹੀਂ ਦੇਖੀ ਕਿ ਇੰਨੇ ਸਖਤ ਹਿਫਾਜ਼ਤੀ ਇਕਦਾਮਾਤ ਸ਼ੋਅ ਕਰ ਰਹੇ ਸਨ ਕਿ ਜਿਵੇਂ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਉਹਨੂੰ ਨਾ ਕਤਲ ਹੀ ਕਰ ਦਿੱਤਾ ਜਾਣ ਦਾ ਕੋਈ ਮਨਸੂਬਾ ਹੈਗਾ, ਕਿ ਯਾਨੀ ਕਿ ਉਹਦੀ ਜਾਨ ਨੂੰ ਬੜਾ ਖਦਸ਼ਾ ਹੈ। ਤੇ ਇਸ ਬਾਰੇ ਦੇ ਕੀ ਖਿਆਲ ਹੈ ਕਿ ਪਹਿਲੇ ਐਡਾ ਈਜ਼ੀ ਸੀ, ਹੁਣ ਇੰਨਾ ਬਿਜ਼ੀ ਹੋ ਗਿਆ? ਪਤਾ ਕੀ ਹੋ ਰਿਹਾ, ਮੈਂ ਮੁਸਲਸਲ ਇਹਨੂੰ ਵਾਚ ਕਰ ਰਿਹਾ, ਦੇਖ ਰਿਹਾ, ਬੜਾ ਇੰਟਰਸਟ, ਬੜਾ ਟਵਿਸਟ ਪੈਦਾ ਹੋ ਰਿਹਾ ਸਟੋਰੀ ਨਾਲ। ਕੋਈ ਕਹਿ ਰਿਹਾ ਜੀ ਇੱਥੇ ਕਤਲ ਦਾ ਕੇਸ ਪੈ ਗਿਆ, ਕੋਈ ਕਹਿ ਰਿਹਾ ਜੀ ਕਿ ਨਸ਼ੇ ਹੀ ਮਰਿਆ, ਉਹਦੇ ਕੋਲ ਪਿੰਕੀ ਦਾ ਜਿਹੜੀ ਨਾ ਕੋਕੀਨ ਉਹਦੇ ਕੋਲ ਨਿਕਲੀ ਹੈ। ਹਾਂ, ਡੱਬੀਆਂ ਨੇ ਜੀ ਉਹਦਾ ਨਾਂ ਲਿਖਿਆ ਪਿੰਕੀ ਡੌਗ। ਨਹੀਂ, ਨਾਲੇ ਕਹਿ ਰਹੇ ਨੇ ਸੜਕ ਤੇ ਕਿ ਨਸ਼ੇ ਹੀ ਮਰਿਆ ਪਿਆ, ਤੇ ਨਾਲੇ ਕਹਿ ਰਹੇ ਪਿੰਕੀ ਐਡਾ ਮਹਿੰਗਾ ਫਲੇਵਰ ਵੇਚਦੀ ਸੀ, ਉਹ ਨਸ਼ੇ ਦੀ ਜੇਬ ਚੋਂ ਨਿਕਲਿਆ। ਪਰ ਉਹ ਜਿਹੜਾ ਜੋ ਵੀ ਅਸਲੀ ਹੋ ਰਿਹਾ ਨਾ, ਕੁਛ ਤੋਂ ਗੜਬੜ ਹੈ ਬਾਰਡਰ ਸਾਹਿਬ। ਕੋਈ ਐਸੀ ਚੀਜ਼ ਹੈ ਕਿ ਜਿਹੜੀ ਆਡੀਅנס ਦੇ ਸਾਹਮਣੇ ਨਹੀਂ ਆ ਰਹੀ, ਸਾਡੀ ਤਵੱਜੋ ਹਟਾਈ ਜਾ ਰਹੀ ਹੈ। ਉਹਨੂੰ ਇੰਨਾ ਹਾਈ ਪ੍ਰੋਫਾਈਲ ਬਣਾਇਆ ਜਾ ਰਿਹਾ ਨਾ, ਇੰਨਾ ਉਹਨੂੰ ਹਾਈ ਪ੍ਰੋਫਾਈਲ ਬਣਾਇਆ ਜਾ ਰਿਹਾ ਕਿ ਜਿਹਦੀ ਜ਼ਰੂਰਤ ਨਹੀਂ। ਇਹ ਜਿਹੜੀਆਂ ਚੀਜ਼ਾਂ ਟੀਵੀ 'ਤੇ ਦਿਖਾਈਆਂ ਜਾ ਰਹੀਆਂ, ਸੋਸ਼ਲ ਮੀਡੀਆ 'ਤੇ ਦਿਖਾਈਆਂ ਜਾ ਰਹੀਆਂ ਨਾ, ਇਹਦੇ 'ਚ ਨਾ ਮੈਨੂੰ ਗੜਬੜ ਕੋਈ ਨਜ਼ਰ ਆ ਰਹੀ। ਗੜਬੜ ਪਤਾ ਕਿਸ ਲੈਵਲ 'ਤੇ ਨਜ਼ਰ ਆ ਰਹੀ ਕਿ ਕਿਸੇ ਨਾ ਕਿਸੇ ਨੂੰ ਫਿੱਟ ਕੀਤਾ ਜਾਂਦਾ, ਜਿਹੜਾ ਨਾ ਕੋਈ ਮਨਸੂਬਾ ਜਾਂ ਕੋਈ ਚੀਜ਼ ਤਿਆਰ ਹੋ ਰਹੀ ਹੈ। ਹੁਣ ਤੁਸੀਂ ਦੇਖੋ ਕਿ ਉਹਦੇ ਘਰ ਯੂਟਿਊਬਰ ਪਹੁੰਚ ਗਏ ਨੇ, ਉਹਦੇ ਘਰ ਦੇ ਬਾਹਰ ਖੜੇ ਹੋ ਗਏ ਜੀ, ਪਿੰਕੀ ਦਾ ਘਰ ਹੈ, ਉਹਦੇ ਮਹੱਲੇਦਾਰਾਂ ਨੂੰ ਪੁੱਛ ਰਹੇ ਨੇ ਕਿ ਬਈ ਦੱਸੋ ਪਿੰਕੀ ਤੇ ਕੀ ਕਰਦੀ ਸੀ। ਇਹਨਾਂ ਨੂੰ ਚੂਰਨ ਚਾਹੀਦਾ ਹੈ। ਇਹਨਾਂ ਨੂੰ ਅਗਰ ਪਤਾ ਲੱਗੇ ਨਾ ਕਿ ਕਿਹੜੇ ਦਰਜੀ ਕੋ ਕੱਪੜੇ ਸਵਾਉਂਦੇ, ਦਰਜੀ ਦਾ ਇੰਟਰਵਿਊ ਲੈਣ ਪਹੁੰਚ ਜਾਣਗੇ। ਮੈਂ ਇੱਕ ਯੂਟਿਊਬਰ ਨੂੰ ਪੁੱਛਿਆ, ਮੈਂ ਕਿਹਾ ਯਾਰ ਤੁਸੀਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਕਰਦੇ ਹੋ? ਉਹ ਉਹਨਾਂ ਦਿਨਾਂ ਨਾ ਬੜੇ ਕਤਲੋ ਗਾਰਤ ਬੜੀ ਅਰੂਜ ਦੱਸੀ 1.5-2 ਸਾਲ ਪਹਿਲੇ। ਉਹ ਮੈਨੂੰ ਕੀ ਕਹਿੰਦਾ ਚੋਈ ਸਾਹਿਬ ਸਾਡਾ ਬਸ ਨਹੀਂ ਚੱਲਦਾ, ਜਿਸ ਫੱਟੇ ਦੇ ਉੱਤੇ ਬੰਦੇ ਨੂੰ ਨਹਾਉਂਦੇ ਨਾ ਮਕਤੂਲ ਨੂੰ, ਅਸੀਂ ਉਹ ਫੱਟੇ ਵਾਲੇ ਨੂੰ ਜਾ ਕੇ ਪੁੱਛੀਏ ਤੇਰੇ ਕੋਲ ਫੱਟਾ ਪਹਿਲੇ ਕਿੰਨੀ ਵਾਰੀ ਲੈ ਗਏ ਨੇ। ਯਾਨੀ ਨਾ ਵਿਚਾਰਿਆਂ ਨੂੰ ਖਬਰ ਚਾਹੀਦੀ ਸੀ। ਸੋਸ਼ਲ ਮੀਡੀਆ ਜਿਹੜਾ ਨਾ ਇੱਕ ਐਸੀ ਬਦਬਲਾ, ਐਸੀ ਬਦਬਖਤ ਇੱਕ ਚੀਜ਼ ਆ ਗਈ ਹੈ ਨਾ ਕਿ ਇਹ ਖਬਰ ਬਣਾਉਂਦੇ ਨੇ, ਖਬਰ ਦਿੰਦੇ ਨਹੀਂ ਨੇ, ਖਬਰ ਬਣਾਉਂਦੇ ਨੇ। ਉਹਨੂੰ ਉਹ ਵਿਚਾਰੀ ਪਹਿਲੇ ਦਿਨ ਆਈ ਹੈ ਬੜੀ ਠਾਠ ਬਾਠ ਨਾਲ ਗੁੰਡੀ ਬਣੀ ਹੈ, ਫੁੱਲਾਂ ਦੇ ਵੀ ਬਣ ਕੇ ਲੱਗੀ ਆ ਰਹੀ ਹੈ। ਇਹਨਾਂ ਨੇ ਉਹਨੂੰ ਸੋਸ਼ਲ ਮੀਡੀਆ ਦੇ ਰੰਗ ਹੈ ਨਾ। ਹੁਣ ਜਿੰਨੇ ਪੁਲਿਸ ਵਾਲੇ ਇਹ ਜੋ ਕਰ ਰਹੇ, ਸਨਾਈਪਰ ਤਾਇਨਾਤ ਨੇ, ਉਹ ਡਿਊਟੀਆਂ ਲੱਗ ਰਹੀਆਂ, SHO ਡਿਪਟੀ ਉਹਦੇ ਸਿਰ 'ਤੇ ਖੜੇ ਨੇ। ਇਹ ਪਤਾ ਕੀ ਹੋਇਆ, ਅਸਲ 'ਚੋਂ ਡਰ ਗਏ ਨੇ ਸਾਰੇ ਕਿ ਕਿਤੇ ਇਹ ਨਾ ਹੋਵੇ ਕਿ ਸਾਡੀ ਗਫਲਤ ਦੀ ਬਾਰੇ ਸਾਡੇ ਤੇ ਉਂਗਲ ਆਵੇ, ਸਾਡੇ ਫਟੇ। ਯਾਨੀ ਤੂਫਾਨ ਬਣ ਗਈ ਨਾ, ਸੁਨਾਮੀ ਦਾ ਤੂਫਾਨ ਬਣੀ ਪਈ ਹੈ। ਤੇ ਮੈਂ ਹੈਰਾਨ ਪਰੇਸ਼ਾਨ ਹੈਗਾ ਕਿ ਯਾਰ ਪਾਕਿਸਤਾਨ ਦੀ ਹਿਸਟਰੀ ਦਾ ਪਹਿਲਾ ਕੇਸ ਹੈ। ਮੈਂ ਤੁਹਾਨੂੰ ਦੋਨਾਂ ਪ੍ਰੋਗਰਾਮ ਵਿੱਚ ਗੱਲ ਕਰ ਚੁੱਕਿਆ ਹਾਂ ਕਿ ਇੱਕ ਨਾਰਕੋਟਿਕਸ ਦੀ ਮੁਲਜ਼ਮਾ ਔਰਤ ਹੈ, ਉਹ ਫੜੀ ਗਈ। ਉਹਦੇ ਕੋਲੋਂ ਕੀ ਫੜਿਆ ਗਿਆ, ਕਿੰਨੇ ਕਿਲੋ ਫੜੀ ਗਈ ਹੈ, ਕਿਸ ਚੀਜ਼ ਦੀ ਤਫਤੀਸ਼ ਕਰ ਰਹੇ ਹੋ? ਇਹ ਪਰਚੂਨ ਵਾਲੇ ਕਾਗਜ਼ਾਂ ਦੀ ਤਫਤੀਸ਼ ਕਰ ਰਹੀ ਕਿ ਜੀ ਕਿਹਨੂੰ ਦੇਣੀ ਸੀ 25,000 ਦੀ, ਕਿਹਨੂੰ ਦੇਣੀ ਸੀ 20,000 ਦੀ। ਨਹੀਂ, ਅਸਲ ਉਹ ਜਿਹੜੇ ਪਰਚੂਨ ਗਾਹਕ ਨੇ ਨਾ, ਉਹ ਵੀ ਬੜੇ ਹਾਈਫਾਈ ਲੋਕ ਉਹਨੂੰ ਇਨਵੋਲਵ ਕਰਨਾ ਚਾਹੁੰਦੇ ਨੇ। ਮੇਰੀ ਗੱਲ ਸੁਣੋ, ਮੇਰੇ ਮੋਬਾਈਲ ਦੇ ਨੰਬਰ, ਮੇਰੇ ਮੋਬਾਈਲ 'ਚ ਨਾ MP MN ਦੇ ਵੀ ਨੰਬਰ ਨੇ, ਮੇਰੇ ਮੋਬਾਈਲ ਦੇ ਅੰਦਰ ਜਿਹੜਾ ਪੁਲਿਸ ਅਫਸਰਾਂ ਦੇ ਵੀ ਨੰਬਰ ਨੇ। ਜ਼ਾਹਿਰ ਹੈ ਮੇਰਾ ਰਾਬਤਾ ਹੁੰਦਾ ਹੈ ਤੇ ਜਾਂ ਲਿੰਕ ਵਗੈਰਾ ਭੇਜਣਾ ਹੁੰਦਾ, ਮੇਰੇ ਕੋਲ ਵੀ ਕਾਫੀ ਨੰਬਰ ਮਹਿਫੂਜ਼ ਨੇ। ਕੱਲ੍ਹ ਨੂੰ ਮੈਂ ਜੀ ਕੋਈ ਬਦਬਖਤੀ 'ਚ ਰਗੜਿਆ ਜਾਵਾਂ ਤੇ ਮੇਰੇ ਮੋਬਾਈਲ ਦਾ ਡਾਟਾ ਜੀ ਕੱਢੋ ਜੀ, ਇਹਦੇ ਫਲਾਣੇ ਅਫਸਰ ਨਾਲ ਵੀ ਰਾਬਤੇ ਸਨ, ਫਲਾਣਾ ਅਫਸਰ ਇਹਦੇ ਰਾਬਤੇ ਕਿਉਂ ਸੀ? ਉਹ ਵਿਚਾਰਾ ਰਾਬਤੇ ਮੇਰੇ ਕੋਈ ਨਹੀਂ, ਮੇਰੇ ਕੋਲ ਤਾਂ ਸਿਰਫ ਨੰਬਰ ਸੇਫ ਹੈ। ਮੈਂ ਤਾਂ ਆਪਣੇ ਇੱਕ ਲਿੰਕ ਭੇਜਣ ਲਈ ਨੰਬਰ ਰੱਖੇ ਨਾ ਕਿ ਯਾਰ ਸਭ ਤੱਕ ਜਿਹੜਾ ਨਾ ਸਾਡਾ ਲਿੰਕ ਪਹੁੰਚ ਜਾਏ, ਨਹੀਂ ਅਸੀਂ ਮਿਹਨਤ ਕਰ ਰਹੇ ਹਾਂ ਤੇ ਅਫਸਰਾਂ ਤੱਕ ਸਾਡਾ ਲਿੰਕ ਪਹੁੰਚ ਜਾਏ। ਇਸ ਤੋਂ ਜ਼ਿਆਦਾ ਮੇਰੀ ਕੋਈ ਸਲਾਮ ਦੁਆਤ ਨਹੀਂ ਇਹਨਾਂ ਨਾਲ ਕਿ ਮੈਂ ਇਹਨਾਂ ਦੀ ਮਾਸੀ ਦਾ ਪੁੱਤਰ ਹਾਂ ਕਿ ਬਈ ਹੋਰ ਸੁਣਾਓ ਜੀ ਘਰ ਕੀ ਪਕਾਇਆ ਜੇ ਜਾਂ ਅੱਜ ਕੀ ਪਾਇਆ ਜੇ। ਮੇਰੇ ਸਿਰਫ ਇੱਕ ਨੰਬਰ ਸੇਫ ਹੈ। ਨੰਬਰ ਨੂੰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਮੇਰੇ ਉਹਦੇ ਨਾਲ ਰਾਬਤੇ ਸਨ? ਰਾਬਤਾ ਇੱਕ ਹੋਰ ਚੀਜ਼ ਹੁੰਦੀ ਹੈ, ਇਹ ਅੰਡਰਵਰਲਡ ਹੈ ਨਾ। ਇੱਥੇ ਰਾਬਤਾ ਤੁਹਾਡਾ ਜਿਸ ਬੰਦੇ ਨਾਲ ਉਹਦੇ ਤੁਹਾਨੂੰ ਕੋਈ ਪਿਓਰ ਐਵੀਡੈਂਸ ਦੇਣੀ ਪਏਗੀ। ਖਾਲੀ ਨੰਬਰ ਹੋਣਾ ਜ਼ਰੂਰੀ ਨਹੀਂ, ਆਡੀਓ ਦਿਓ, ਕੋਈ ਵਾਇਸ ਮੈਸੇਜ ਦਿਓ, ਕੋਈ ਚੈਟ ਦਿਖਾਓ ਕੱਢ ਕੇ
ਕਿ ਕਨਵਰਸੇਸ਼ਨ ਹੋਈ ਹੋਏਗੀ, ਮੈਂ ਮੈਸੇਜ ਕਰ ਰਿਹਾ ਹਾਂ, ਉਹ ਮੈਨੂੰ ਮੈਸੇਜ ਕਰ ਰਿਹਾ, ਫਿਰ ਤੇ ਗੱਲ ਸਮਝ ਆਉਂਦੀ। ਸਿਰਫ ਨੰਬਰ ਉਹ ਜੀ ਫਲਾਣੇ ਦਾ ਨੰਬਰ ਵਿੱਚ ਆ ਗਿਆ, ਫਲਾਣੇ ਦਾ ਨੰਬਰ ਵਿੱਚ ਆ ਗਿਆ। ਅੱਛਾ ਦੂਸਰੀ ਗੱਲ ਸੁਣੋ, ਜਿਨ੍ਹਾਂ ਦੇ ਨੰਬਰ ਆ ਰਹੇ ਨਾ ਉਹਨਾਂ ਦੇ ਇਲਜ਼ਾਮ ਹੀ ਨਹੀਂ ਆ ਕਿ ਕੋਕੀਨ ਪੀਂਦੇ ਨੇ। ਇਹ ਤਾਂ ਸਾਬਤ ਕਰਨਾ ਚਾਹੁੰਦੇ ਨੇ ਨਾ। ਨਹੀਂ ਨਾ, ਉਹਨਾਂ ਹੁਣ ਇਮਰਾਨ ਹਾਂ ਸੀ, ਇਹਦੇ ਬਾਰੇ ਹਰ ਜ਼ੁਬਾਨ ਸਦੇਆਮ ਸੀ, ਉਹ ਕੋਕੀਨ ਪੀਂਦਾ, ਕੋਕੀਨ ਪੀਂਦਾ, ਕੋਕੀਨ ਪੀਂਦਾ, ਠੀਕ ਹੈ ਨਾ ਜੀ। ਇਹ ਜਿਹੜੇ ਬਾਕੀਆਂ ਦੇ ਨਾਮ ਆ ਰਹੇ ਨਾ, ਇਹਨਾਂ ਦਾ ਤਾਂ ਕਦੀ ਕੋਈ ਸਕੈਂਡਲ ਵੀ ਨਹੀਂ ਆ ਜੀ। ਉਹਦਾ ਫਲਾਣੇ ਦਾ ਨੰਬਰ ਆ ਗਿਆ, ਫਲਾਣੇ ਦਾ। ਇੱਕ ਸਿਆਸਤਦਾਨ ਜਿਹੜਾ ਨਾ ਵਿਚਾਰਾ ਕਮਜ਼ੋਰ ਹੋਇਆ ਕਾਫੀ, ਉਹ ਪਹਿਲੇ ਬੜਾ ਸਿਹਤਮੰਦ ਸੀ, ਉਹਦੇ ਤੇ ਜਿਹੜਾ ਨਾ ਫੋਕਸ ਕੀਤਾ ਜਾ ਰਿਹਾ। ਉਹਨੂੰ ਜਿਹੜਾ ਨਾ ਮੇਰੀ ਨਜ਼ਰ ਦੇ ਮੁਤਾਬਕ ਜਿਹੜਾ ਨਾ, ਜਾਂ ਮੇਰੇ ਤਜਰਬੇ ਦੇ ਮੁਤਾਬਕ ਕਹਿ ਲਓ, ਉਹਦੇ ਗਿਰਦ ਜਿਹੜਾ ਨਾ ਘੇਰਾ ਤੰਗ ਹੋ ਰਿਹਾ। ਇਹ ਸਭ ਜੋ ਕੁਛ ਹੋ ਰਿਹਾ ਨਾ, ਇਹ ਜੋ ਵੀ ਹੋ ਰਿਹਾ, ਇਹ ਉਸ ਸਿਲਸਿਲੇ ਦੀ ਕੜੀ ਹੈ। ਸਿਆਸੀ ਇਨਵੋਲਵਮੈਂਟ ਤੁਹਾਡਾ ਕਹਿਣ ਦਾ ਮਕਸਦ ਵੱਡੀ ਸਿਆਸੀ ਇਨਵੋਲਵਮੈਂਟ ਉਹ ਸਾਬਤ ਕੀਤੀ ਜਾ ਰਹੀ ਹੈ, ਉਹਦੇ ਤੇ ਸਾਰਾ ਫੋਕਸ ਕੀਤਾ ਹੈ। ਹੁਣ ਉਹਦਾ ਕੀ ਰਿਜ਼ਲਟ ਨਿਕਲਦਾ ਹੈ, ਇਹ ਤੁਸੀਂ ਵੀ ਦੇਖਦੇ ਪਏ, ਅਸੀਂ ਵੀ ਦੇਖਦੇ ਪਏ। ਤੇ ਉਹ ਅਸਲ ਵਿੱਚ ਉਹਦੇ ਜ਼ੁਬਾਨ ਤੋਂ ਕਢਵਾਉਣਾ ਚਾਹ ਰਹੇ ਨੇ। ਅੱਜ ਵੀ ਪੇਸ਼ ਕੀਤਾ ਹੈ ਤੇ ਉਹ ਬੜਾ ਸ਼ੋਰ ਸ਼ਰਾਬਾ ਕਰ ਰਹੇ ਸੀ। ਬਾਰਡਰ ਸਾਹਿਬ ਜ਼ੁਬਾਨ ਦੀ ਗੱਲ ਇਹੀ ਤੁਹਾਨੂੰ ਮੈਂ ਦੱਸਿਆ ਨਾ, ਪਿੰਕੀ ਡੌਨ ਨਹੀਂ ਹੋ ਸਕਦੀ। ਅਗਰ ਉਹ ਡੌਨ ਜਿਹਦੇ ਨਾਲ ਪਤਾ ਹੁੰਦਾ ਮੈਂ ਗ੍ਰਿਫਤਾਰ ਮੁਲਜ਼ਮ ਹਾਂ, ਮੇਰੇ ਦਿੱਤੇ ਬਿਆਨ ਦੀ ਵੈਲਿਊ ਕੋਈ ਨਹੀਂ। ਉਹ ਕਹੀ ਜਾਵੇ ਜਿਹਦਾ ਨਾਮ ਠੀਕ ਹੈ ਜੀ, ਮੈਨੂੰ ਵੀ ਦੇਣੀ ਸੀ, ਮੈਨੂੰ ਵੀ ਦੇਣੀ ਸੀ, ਮੈਨੂੰ ਵੀ, ਉਹ ਕਹੀ ਜਾਵੇ। ਉਹਦੀ ਵੀਡੀਓ ਬਣਾ ਲੈਣ, ਉਹ ਬਿਆਨ ਦੇ ਰਹੀ ਹੋਵੇ ਕਿ ਜੀ ਮੈਂ ਉਹਨੂੰ ਵੀ ਦੇਣੀ ਸੀ, ਉਹਨੂੰ ਉਹਦੇ ਦਿੱਤੇ ਬਿਆਨ ਦੀ ਵੈਲਿਊ ਕੋਈ ਨਹੀਂ। ਕਿਉਂਕਿ ਕਾਨੂੰਨ ਇਹ ਕਹਿੰਦਾ ਕਿ ਜੋ ਬੰਦਾ ਗ੍ਰਿਫਤਾਰ ਹੁੰਦਾ ਨਾ, ਪ੍ਰੈਸ਼ਰ ਹੁੰਦਾ, ਉਹ ਪ੍ਰੈਸ਼ਰ 'ਚ ਆ ਕੇ ਸਭ ਕੁਝ ਮੰਨ ਰਿਹਾ ਹੁੰਦਾ। ਅਦਾਲਤ ਨਹੀਂ ਮੰਨਦੀ। ਅਦਾਲਤ ਤਾਂ ਚਲੋ ਨਹੀਂ ਮੰਨਦੀ, ਲੇਕਿਨ ਉਹ ਸਾਨੂੰ ਮੀਡੀਆ ਦੇ ਉੱਤੇ ਸੰਦੇ ਦਿਖਾਉਣਾ ਚਾਹੁੰਦੇ ਨੇ ਨਾ ਕਿ ਉਹ ਆਪਣੇ ਮੂੰਹ 'ਚ ਇਹਨਾਂ ਬੰਦਿਆਂ ਦੇ ਨਾਂ ਲੈ ਰਹੀ ਹੈ। ਮਤਲਬ ਸਿਰਫ ਉਹਦਾ ਨਾਂ ਲੈ ਦੇਣਾ ਹੀ ਸਾਡੀ ਆਵਾਮ ਲਈ ਬਸ ਹੈ, ਉਹਨੇ ਨਾਂ ਲੈ ਲਿੱਤਾ, ਸਮਝੋ ਫਿੱਟ ਹੋ ਗਿਆ। ਬਸ ਉਹਨੂੰ ਜਿਹੜਾ ਨਾ ਇੱਕ ਸਮਝ ਲਓ ਜਿਸ ਤਰ੍ਹਾਂ ਚੂਹਾ ਕੜਿੱਕੀ 'ਚ, ਚੂਹੇ ਨੂੰ ਫੜਨ ਲਈ ਕੜਿੱਕੀ ਲਾਣਾ ਨਾ ਭੋਰਾ, ਇਹ ਭੋਰਾ ਲਾਇਆ ਗਿਆ ਹੈ। ਉਹ ਐਨੇ ਜੋਗੀ ਨਹੀਂ ਜਿੰਨਾ ਕਰੋੜਾਂ, ਇੱਕ ਮੈਂ ਐਂਕਰ ਦਾ ਹੋਣੇ ਤੁਹਾਡੇ ਸਾਹਮਣੇ ਪ੍ਰੋਗਰਾਮ ਲਾਇਆ, ਉਹਨੇ ਕਿਹਾ ਜੀ 4 ਕਰੋੜ ਰੁਪਏ ਦੀ ਰੋਜ਼ ਸੀ। ਸੋਚਣ ਦੀ ਗੱਲ ਤੇ ਇਹੀ ਕਰੋੜਾਂ ਨਿਸ਼ਾਨ ਸੀ। ਮੈਂ ਪਤਾ ਕਿਸ ਤਰ੍ਹਾਂ ਹਿਸਾਬ ਲਿਆ, ਜਿਹੜੇ ਖੁੱਲੇ ਟਰਾਊਜ਼ਰ ਪਾਉਂਦੀ ਨਾ, ਉੱਤੇ ਟੀ-ਸ਼ਰਟਾਂ ਪਾਉਂਦੀਆਂ, ਨਿਸ਼ਾਨਾ ਕਰਦੀਆਂ ਇੰਜ। ਜਿਹੜੀ ਬਕਾਇਦਾ ਖਾਤੂਨ ਹੋਈ ਨਾ, ਜਿਹਨੂੰ ਆਪਣੇ ਪਤਾ ਹੈ ਕਿ ਮੈਂ ਆਪਣਾ ਮੇਕਅਪ 'ਚ ਰਹਿਣਾ, ਉਹ ਕਦੀ ਵੀ ਪਰਸਨੈਲਿਟੀ ਨੂੰ ਡਿਵੈਲਪ ਕਰਨਾ ਹੈ। ਜਿਹੜੇ ਰਫ ਕੱਪੜੇ ਪਾਉਣ ਵਾਲੀਆਂ ਖਵਾਤੀਨਾਂ ਜ਼ਿਆਦਾਤਰ ਆਈਸੀਆਂ ਸ਼ੌਕੀਨ ਹੁੰਦੀਆਂ, ਖੁੱਲੇ ਡੁੱਲੇ ਕੰਮ ਨੇ। ਤੇ ਉਹ ਹੁਣ ਉਹਨੂੰ ਉਹਦੀ ਘਰ ਦਾ ਤੁਸੀਂ ਮਾਹੌਲ ਦੇਖ ਲਓ, 5 ਮਰਲੇ ਦਾ ਘਰ ਹੈ, ਉਹ ਕਰੋੜਾਂ ਰੁਪਏ ਕਿਹਨੂੰ ਦੇ ਗਈ? ਗੱਲ ਤੇ ਇਹੀ ਹੋਣਾ ਚਾਹੀਦਾ। ਕੋਈ ਮਦਦ ਤਦ ਸੀ ਨਾ ਕਿ ਉਹਦੇ ਅਕਾਊਂਟ ਮੁੰਜਮਦ ਕਰਦੇ, ਦੱਸਦੇ ਕਿ ਭਾਜੀ ਇਹਨੂੰ ਫੜੇ ਜਾਣ ਨਾਲ ਅਸੀਂ 12 ਅਰਬ ਰੁਪਏ ਜਿਹੜਾ 100 ਅਰਬ ਰੁਪਏ ਅਸੀਂ ਦੇ ਅਕਾਊਂਟਾਂ 'ਚ ਕੱਢ ਕੇ ਭਾਜੀ ਫਰੀਜ਼ ਕਰ ਦਿੱਤਾ। ਹਕੂਮਤ ਨੂੰ ਫਾਇਦਾ ਹੈ। ਅਸੀਂ ਭਾਜੀ ਦੇ ਇਹ ਗਾਹਕਾਂ ਦੀਆਂ ਕਨਵਰਸੇਸ਼ਨਾਂ ਸਾਹਮਣੇ ਲਿਆਉਣ ਚੈਟ। ਹੁਣ ਕਈ ਐਸੇ ਐਂਕਰ ਨੇ ਜਿਨ੍ਹਾਂ ਦਾ ਕ੍ਰਾਈਮ ਨਾਲ ਵਾਸਤਾ ਹੀ ਕੋਈ ਨਹੀਂ, ਉਹ ਵੀ ਪਾਟਿਆਂ ਬੜੇ ਪਏ ਨੇ। ਉਹ ਮੈਂ ਇੱਕ ਬੜਾ ਵੱਡਾ ਐਂਕਰ ਹੈ, ਮੈਂ ਹੈਰਾਨ ਪਰੇਸ਼ਾਨ ਹੋ ਗਿਆ। ਉਹ ਕੱਲ ਕੀ ਕਹਿ ਰਿਹਾ, ਫਲਾਣੇ का नाम मंदिर पे आ गया, फलाने का नाम मंदिर पे आ। मैं थले कमेंट किया, मैं कहा भाईजान जिस केस में रिमांड लिया जा रहा है वो FIR कितने किलो की है, वो किसी ਨੂੰ ਨਹੀਂ ਪਤਾ। ਇਹ ਬਸ ਉਹੀ ਜੋ ਮੀਡੀਆ ਤੇ ਵਿਖਾਇਆ ਜਾ ਰਿਹਾ ਨਾ, ਉਹੀ ਚੂਰਨ ਵਿਕਦਾ ਹੈ। ਹੁਣ ਬਸ ਨਵੀਆਂ ਅੱਜ ਕੱਲ੍ਹ ਉਹਦੇ ਪਿੱਛੇ ਭੇਜ ਰਹੇ, ਇਹ ਪਾਸਪੋਰਟ ਲੱਭ ਗਿਆ ਹੈ, ਕੋਈ ਨਵੇਂ ਨਾਂ ਤੋਂ ਸ਼ਨਾਖਤੀ ਕਾਰਡ ਬਣਵਾ ਰਹੀ ਸੀ, ਕਹਿੰਦੇ ਟਰੈਵਲ ਹਿਸਟਰੀ ਕੱਢ ਰਹੇ, ਟਰੈਵਲ ਹਿਸਟਰੀ ਆ ਗਈ ਹੈ ਕਿ ਉਹਦੀ ਟਰੈਵਲ ਹਿਸਟਰੀ ਨੂੰ ਕਰਨਾ ਕੀ ਜੇ? ਕੋਈ ਖਬਰ ਨਹੀਂ, ਕੋਈ ਸਮਝ ਆਈ ਤੇ ਫਿਰ ਇਹ ਚਲਾ ਰਹੇ। ਸਾਨੂੰ ਤਾਂ ਕੈਸ਼ ਥਾ ਨਾ ਜਿਹੜਾ ਬਰਾਮਦ ਹੋਇਆ, ਕੋਈ ਗੋਲਡ ਥਾ, ਕੋਈ ਡਾਲਰ ਥਾ, ਪਾਉਂਡ, ਸਮਝ ਆਵੇ ਕਿ ਲੀਰੇ ਥਾ, ਗਿਆ ਰਿਕਵਰੀ ਹੋਈ ਉਹਦੇ ਕੋਲ। ਸਾਨੂੰ ਕੋਈ ਆਇਸ ਦਾ ਬੋਰਾ ਥਾ, ਕੋਈ ਟਰੱਕ ਥਾ, ਕੋਈ ਟਰਾਲੀ ਥਾ, ਕੋਈ ਸਾਨੂੰ ਐਸੀ ਚੀਜ਼ ਥਾ। ਇਹ ਨਾ ਸਾਨੂੰ ਦੱਸੋ ਇਹ ਪਿੰਕੀ ਨੂੰ ਪੇਸ਼ ਕੀਤਾ ਤੇ ਬੜੀ ਕਸਟਡੀ ਲੈ ਰਹੇ ਨੇ, ਇਹ ਦੋ। ਉਹ ਸਿਰਫ ਦੇਖੋ ਨਾ, ਮੇਰੀ ਗੱਲ ਸੁਣੋ, ਮੀਡੀਆ ਦਾ ਹੱਕ ਬਣਦਾ ਹੈ ਕਿ ਇਹਨਾਂ ਨੂੰ ਹਰ ਚੀਜ਼ ਜਿਹੜੀ ਸ਼ੇਅਰ ਕੀਤੀ ਜਾਵੇ। ਕਿਉਂ ਤਾਂ ਪਰਦਾ ਪਾ ਕੇ ਲਿਆ ਰਹੇ ਨੇ। ਉਹ ਸ਼ਨਾਖਤ ਪਰੇਡ 'ਚ ਬੰਦੇ ਹਮੇਸ਼ਾ ਸ਼ਨਾਖਤ ਪਰੇਡ, ਜਿਹੜਾ ਬੰਦਾ ਨਾਮਾਲੂਮ FIR ਹੋਏਗੀ ਨਾ ਕਤਲ ਦੀ, ਉਹਦੇ ਜਿਹੜੇ ਬੰਦੇ ਫੜੇ ਜਾਣਗੇ ਉਹਨਾਂ ਨੂੰ ਨਕਾਬ ਪਾ ਕੇ ਅਦਾਲਤ ਲਿਆਉਂਦੇ ਨੇ ਕਿ ਬਿਨਾਂ ਚਿਹਰਾ ਨਾਲ ਸ਼ਨਾਖਤ ਪਰੇਡ ਵਾਲਾ ਕੋਈ ਬੰਦਾ ਵੇਖ ਲੈ ਜਿਹਨੇ ਸ਼ਨਾਖਤ ਕਰਨ ਜਾਣਾ। ਉਹ ਤਾਂ ਇੱਕ ਤਰੀਕਾਕਾਰ ਹੈ। ਇਹ ਮੈਂ ਪਹਿਲੀ ਦਫਾ ਦੇ ਰਿਹਾ ਕਿ ਇੱਕ ਬੁੱਢੀ ਦੇ ਉੱਤੇ ਚਾਦਰ ਪਾ ਕੇ ਉਹਨੂੰ ਵਲੇਟ ਕੇ ਦੌੜੀ ਜਾ ਰਹੇ ਨੇ ਵੀ ਉਹਨੂੰ ਦੇਣ ਦਿਓ ਬਿਆਨ। ਕੀ ਦੇ ਰਹੇ? ਪਹਿਲੇ ਦਿਨ ਉਹਨੂੰ ਖੁੱਲਾ ਆਜ਼ਾਦ ਛੱਡਿਆ ਸੀ, ਉਹ ਪਹਿਲੇ ਦਿਨ ਨਾਲ ਛੱਡਿਆ ਹੀ ਨਾ, ਉਹਨਾਂ ਨੇ ਇਹਨੂੰ ਈਜ਼ੀ ਲਿੱਤਾ ਹੈ। ਮੀਡੀਆ ਮਗਰ ਚੜ ਗਿਆ ਉਹਦੀ ਆਡੀਓ ਤੋਂ, ਜਿਹੜਾ ਕਹਿ ਰਹੀ ਕਿ ਵੀ ਮੈਂ ਡਾਊਨ ਉਠਾਣਾ ਹੈ ਤਾਂ ਉਠਾ ਲਓ। ਉਹ ਡਾਇਲੌਗ ਬੋਲਦੀ ਪਈ, ਹਾਲਾਂਕਿ ਉਹ ਮੈਂ ਪਹਿਲੇ ਦਿਨ ਤੋਂ ਤੁਹਾਨੂੰ ਕਹਿ ਰਿਹਾ ਕਿ ਅਗਰ ਉਹਦਾ ਫਰੰਦ ਕਰਾਇਆ ਜਾਏ ਤਾਂ ਪੀਸਾਂ ਜੋੜ ਕੇ ਆਡੀਓ ਬਣਾਈ ਗਈ ਹੈ, ਜਿਹਦੀ ਵਜ੍ਹਾ ਕਰਕੇ ਸਾਰਾ ਮੀਡੀਆ ਮੁਤਹਰਕ ਹੋ ਗਿਆ। ਔਰ ਬਸ ਮੀਡੀਆ ਤੇ ਚੜ੍ਹਨ ਦੇਖ ਲਓ, ਪੁਲਿਸਾਂ ਅਦਾਰੇ ਸਾਰੇ ਢਿੱਲੇ ਪੈ ਗਏ। ਉਹ ਮੀਡੀਆ ਦਾ ਇੰਨਾ ਪ੍ਰੈਸ਼ਰ ਹੈਗਾ ਜੇ ਕਿ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਏ ਨਾ ਕਿ ਇਹ ਬੰਦਾ ਸੋਸ਼ਲ ਮੀਡੀਆ 'ਤੇ ਬੜਾ ਵਾਇਰਲ ਹੈ, ਉਹਨੂੰ ਹੱਥ ਹੀ ਨਹੀਂ ਜੇ ਪਾਉਂਦੇ। ਯਕੀਨ ਕਰੋ, ਮੈਂ ਤਾਂ ਇਹ ਹਿਸਾਬ ਲਾਇਆ ਕਿ ਐਡੇ ਵੱਡੇ 2 ਨੰਬਰ ਕੰਮ ਕਰਨ ਵਾਲੇ ਯੂਟਿਊਬਰ, ਉਹ ਪੁਲਿਸ ਢਿੱਲੀ ਪੈ ਜਾਂਦੀ। ਤੇ ਹੁਣ ਜਿਹੜਾ ਉਹਦਾ ਰਿਮਾਂਡ ਲੈ ਰਹੇ ਨੇ, ਇਹ ਹੁਣ ਅੱਜ ਫਿਰ ਉਹਨਾਂ ਨੂੰ ਪੇਸ਼ ਕੀਤਾ ਸੀ, ਇਹ ਫਿਰ ਉਹਨੂੰ ਰਿਮਾਂਡ ਲੈਣਗੇ। ਹੁਣ ਇਹ ਕੀ ਤਫਤੀਸ਼ ਹੈ? ਇਹੀ ਤੇ ਮੈਂ ਗੱਲ ਤੁਹਾਨੂੰ ਪੁੱਛਣਾ ਪਿਆ, ਇਹੀ ਗੱਲ ਤੇ ਮੈਂ ਆਡੀਓ ਤੋਂ ਪੁੱਛਣਾ, ਕੋਈ ਕੱਢਣਾ ਕੀ ਜੇ? ਕੀ ਉਹਦੇ ਕੋਲੋਂ ਕੀ ਪੁੱਛਣਾ ਚਾਹੁੰਦੇ ਨੇ? ਕੋਈ ਸਾਨੂੰ ਦੱਸਣ ਨਾ, ਜਿਹੜਾ ਉਹਦਾ ਮੁਕੱਦਮਾ ਉਹਦੇ ਰਿਲੇਟਿਡ ਕਿ ਕੋਈ ਐਸੀ ਗੱਲ ਤੂੰ ਕੀ ਨਹੀਂ ਬੰਦਾ ਰਿਮਾਂਡ ਦਾ।
ਐਡਾ ਹਾਈਫਾਈ ਕਰਨ ਦੀ ਹੁਣ ਇਹੀ ਲਿਆ ਇਹਨਾਂ ਨੇ ਕਿ ਜਨਾਬ ਇਹਨੇ ਕਤਲ ਕੀਤੇ ਨੇ, ਫਿਰ ਕੋਲ ਉਹ ਪੁੱਛ ਰਹੇ ਹਾਂ ਇੱਕ ਕਤਲ ਹੁਣ ਪਿੱਛੋਂ ਨਿਕਲ ਆਇਆ ਹੈ ਉਹ ਕਤਲ ਜੀ ਨੇ ਕਤਲ ਕੀਤਾ ਹੈ। ਉਹ ਯਾਰ ਬਸ ਐਵੇਂ ਬਾਰਡਰ ਸਾਹਿਬ ਐ ਸਿਰਫ ਨਾ ਸਾਡੀ ਆਵਾਮ ਨੂੰ ਨਾ ਉਹਨੂੰ ਨਾ ਹਾਈਲਾਈਟ ਕਰਕੇ ਵਿਖਾਇਆ ਜਾ ਰਿਹਾ ਕਿ ਜਿਹਦੇ ਪਿੱਛੇ ਬਹੁਤ ਵੱਡਾ ਮਾਫੀਆ ਦਾ ਵੇਖਣਾ ਇੱਕ ਬੰਦਾ ਫਿੱਟ ਕਰ ਦੇਣਾ ਇਹਨਾਂ ਨੇ, ਬੜੇ ਬੰਦੇ ਨੂੰ ਮੈਂ ਤੁਹਾਨੂੰ ਇਸ਼ਾਰਾ ਦਿੱਤਾ ਹੈ ਵੇਖ ਲੈਣਾ ਜਾਂ ਫਿਰ ਕੁਝ ਸਮਝ ਨਹੀਂ ਇਹੀ ਆਉਂਦਾ ਹੈ ਕਿ ਕੁਝ ਸਿਆਸੀ ਸਾਖ ਖਰਾਬ ਕਰਨ ਵਾਸਤੇ ਕੁਝ ਲੋਕਾਂ ਦੀ ਕੁਝ ਪਾਰਟੀਆਂ ਦੀ ਉਹ ਇਹ ਵਾਲਾ ਸਾਰਾ ਜਿਹੜਾ ਹੈਗਾ ਨਾ ਸਾਰਾ ਡਰਾਮਾ ਜਾਂ ਇਹਨੂੰ ਹਾਈਲਾਈਟ ਕੀਤਾ ਜਾ ਰਿਹਾ ਜਾਂ ਸਾਡੀ ਸੋਚ ਵਿੱਚ ਉਹ ਪਾਇਆ ਜਾ ਰਿਹਾ ਕਿ ਤੁਹਾਨੂੰ ਮੈਂ ਪਹਿਲੇ ਵੀ ਗੱਲ ਕਹੀ ਹੈ ਕਿ ਇਹਨਾਂ ਗੱਲਾਂ ਤੋਂ ਇਹ ਸਵਾਲਾਂ ਤੋਂ ਨਾ ਥੋੜਾ ਜਿਹਾ ਇਹਨਾਂ ਨੂੰ ਡਿਲੀਟ ਕਰ ਲਿਆ ਕਰੋ ਵਿੱਚੋਂ, ਇਜ਼ਤਰਾਮ ਕਰਾ ਇਹਨਾਂ ਤੋਂ ਇਜ਼ਤਰਾਮ ਕਰੋ। ਇਹ ਸਵਾਲ ਤਾਂ ਡਰੀ ਅੱਛੇ ਨਹੀਂ ਹੈਗਾ, ਬੜੇ ਮੁਦਰੇ ਸੇਧ ਨੇ ਇਹ ਦੇਖੋ ਅਸੀਂ ਆਮ ਆਵਾਮ ਦੀ ਆਵਾਜ਼ ਆ ਉਹ ਨਹੀਂ ਯਾਰ ਤੁਸੀਂ ਆਵਾਮ ਦੀ ਆਵਾਜ਼ ਮੈਂ ਉਨੀ ਆਵਾਜ਼ ਹੀ ਕੱਢਦਾ ਜਿੰਨੀ ਮੇਰੀ ਚੱਲਣੀ ਹੈ ਇੱਥੇ। ਬਾਹਰ ਤੁਹਾਨੂੰ ਮੈਂ ਇਸ਼ਾਰਾ ਦੇਤਾ, ਉਹ ਲੋਕ ਵੀ ਸਮਝ ਗਏ ਹੋਣੇ ਨੇ, ਉਹ ਕਾਫੀ ਸੁੱਕ ਗਿਆ ਉਹ ਸਿਆਸਤ ਦਾ ਜਿਹੜਾ ਵੇਟ ਬਹੁਤ ਜ਼ਿਆਦਾ ਘਟ ਗਿਆ। ਸਮਝ ਲਓ ਕਿ ਉਹਦਾ ਕੋਈ 40-45 ਕਿਲੋ 30-35 ਕਿਲੋ ਵੇਟ ਉਹਦਾ ਘਟਿਆ ਹੈ। ਇਹ ਸਾਰਾ ਕੁਝ ਜਿਹੜਾ ਨਾ ਮੈਨੂੰ ਨਜ਼ਰ ਆ ਰਿਹਾ ਕਿ ਉਹਦੇ ਮਗਰ ਜਿਹੜਾ ਨਾ ਮਾਮਲਾ ਚੱਲ ਰਿਹਾ। ਔਰ ਪਿੰਕੀ ਪਹਿਲੇ ਇੱਕ ਪਿੰਕੀ ਸਾਡੇ ਪੀਰ ਨਹੀਂ ਤੇ ਪਲੱਸ ਪਿੰਕੀ ਪੀਰ ਨਹੀਂ ਸਾਡੇ ਵੱਸ ਪਈ ਹੈ, ਉਹ ਮੇਰਾ ਅੱਧੇ ਦਾ ਸਤਿਆਨਾਸ਼ ਕਰ ਗਈ। ਉਹ ਦੇਖੋ ਜੀ ਇਮਰਾਨ ਹਾਂ ਸਹੀ ਬੰਦਾ ਸੀ, ਮੈਂ ਚੁੱਕੋ ਉਹਨੂੰ ਲਾਈਕ ਕਰਨਾ ਨਾ, ਐਜ਼ ਏ ਕ੍ਰਿਕਟਰ ਕਹਿ ਲਓ, ਐਜ਼ ਏ ਸਿਆਸਤਦਾਨ ਜਿਸ ਤਰ੍ਹਾਂ ਵੀ ਕਹਿ ਲਓ। ਇਹ ਜਿਹੜੇ ਪਿੰਕੀ ਪੀਰ ਨੇ ਇਹਨਾਂ ਦੀ ਜ਼ਿੰਦਗੀ 'ਚ ਇੱਥੋਂ ਆ ਕੇ ਨਾ ਸਮਝ ਲਓ ਉਹਦੀ ਜ਼ਿੰਦਗੀ ਉਹ ਲੱਗ ਗਈ ਹੈ, ਸਮਝ ਆਈ, ਖਾਣਾ ਖਰਾਬ। ਪਿੰਕੀ ਨਾ ਹੀ ਭਾਰਾ ਸੀ, ਉਹਨੇ ਜਾਦੂ ਟੂਣੇ ਵਾਲੀ ਖਤੂਨ, ਉਹਨੇ ਪਤਾ ਨਹੀਂ ਕੀ ਕੰਮ ਕੀਤੇ ਨੇ। ਉਹਨੇ ਲੋਕਾਂ ਦੀਆਂ ਇੱਧਰੋਂ ਚੁੱਕ ਉਧਰ ਲਾ, ਉਧਰੋਂ ਚੁੱਕ ਤਬਾਦਲੇ, ਥੱਬੀਆਂ ਮੋਟੀਆਂ, ਪਤਾ ਨਹੀਂ ਪਾਗਲ ਹੋਰ ਅਸੀਂ ਕੀ ਕਰਦੇ, ਉਹ ਸਾਰਾ ਦਾ ਬੇੜਾ ਗਰਕ ਕਰਾ ਗਈ ਹੈ। ਤੇ ਉਹਨੇ ਦੂਜੀ ਪਿੰਕੀ ਆਈ ਹੈ, ਹੁਣ ਮੈਂ ਕਹਿੰਦਾ ਤੁਸੀਂ ਦੇਖਣਾ ਪਿੰਕੀ ਪਾਊਡਰ ਆਉਣ ਲੱਗਾ ਮਾਰਕੀਟ, ਪਿੰਕੀ ਟੌਫੀ, ਪਿੰਕੀ ਦੇ ਨਾਂ ਦੇ ਸ਼ੁਰੂ ਹੋਣ ਲੱਗਿਆ। ਤੁਸੀਂ ਦੇਖਣਾ ਉਹ ਮੈਰੀ ਦੇ ਨਾਂ ਦੀਆਂ ਪਾਪੜ ਆ ਗਏ ਸਨ ਤੇ ਇਹ ਫਿਰ ਪਿੰਕੀ ਅਸਲੇ ਐਡੀ ਹਾਈ ਪ੍ਰੋਫਾਈਲ ਹੋਈ ਪਈ। ਮੈਂ ਕਹਿੰਦਾ ਐਡਾ ਵੱਡਾ ਪ੍ਰੋਟੋਕੋਲ ਮੈਂ ਆਪਣੀ ਜ਼ਿੰਦਗੀ 'ਚ ਕਿਸੇ ਮੁਲਕ ਦਾ ਨਹੀਂ ਦੇਖਿਆ। ਇਹ ਪ੍ਰੋਟੋਕੋਲ ਹੈ, ਇੰਨੀਆਂ ਗਾਰਦਾਂ ਬੁੱਢੀਆਂ ਬੰਦੇ ਦੁਪੱਟਾ ਪਾ ਕੇ ਲਈ ਜਾ ਰਹੇ ਨਸਾ ਕੇ, ਪਤਾ ਨਹੀਂ ਉਹ ਕੀ ਬਈ ਇਹਨੂੰ ਖੋਲੋ ਕਵੇ ਮੀਡੀਆ ਨੂੰ ਜੋ ਉਹਨੇ ਕਹਿਣਾ ਆਪਣੀ ਸਟੇਟਮੈਂਟ ਦੇਵੇ। ਇਹ ਸਟੇਟਮੈਂਟ ਉਹ ਆਪਣੀ ਦਵਾਉਣਾ ਚਾਹੁੰਦੇ, ਉਹਦੀ ਸਟੇਟਮੈਂਟ ਤੇ ਲੈ ਹੀ ਨਹੀਂ ਦੇ। ਮੈਂ ਕਹਿੰਦਾ ਉਹਦੀ ਆਣੀ ਚਾਹੀਦੀ ਨਾ, ਉਹ ਖੁੱਲ ਕੇ ਜੋ ਕਹਿਣਾ ਚਾਹੁੰਦੀ ਕਵੇ ਤਾਂ ਕਿ ਮੀਡੀਆ ਲੋਕ ਫੈਸਲਾ ਕਰਨ ਨਾ ਕਿ ਇਹਦੀ ਬੋਡੀ ਲੈਂਗੁਏਜ ਕੀ ਕਹਿ ਰਹੀ। ਲੇਕਿਨ ਅਫਸੋਸ ਇੱਥੇ ਬਸ ਫੰਦਾ ਐਂ ਕਰਕੇ ਹਿੱਲ ਰਿਹਾ ਹੁੰਦਾ, ਜਿਹਦੇ ਗਲੇ ਫਿੱਟ ਆਉਂਦਾ ਉਹਨੂੰ ਪਾਗਲ ਲਟਕਾ ਦੇਣ ਕਿ ਤੇਰੇ ਲਈ ਹੈਗਾ ਚੱਲ ਵੇ, ਇਹ ਉਹ ਕੰਮ ਤੇ ਸਾਡਾ ਜਾਨੀ ਕਿ ਅਸੀਂ ਕਿਦੋਂ ਤੱਕ ਇਸ ਚੀਜ਼ ਦੇ ਸ਼ਿਕਾਰ ਆਂਗੇ ਕਿ ਸਾਡੇ ਮੁਲਕ ਹਮੇਸ਼ਾ ਤੋਂ ਇੰਝ ਹੀ ਹੋਏਗਾ ਕਿ ਫੰਦਾ ਹੈਗਾ ਵੀ ਜਿਹਦੀ ਗਰਦਨ ਆ ਕੇ ਫਿੱਟ ਤੇ ਹੋ ਗਿਆ। ਸੋਸ਼ਲ ਮੀਡੀਆ ਦੇ ਨਾ ਤੁਸੀਂ ਇਹਨੂੰ ਹੁਣ ਜੁਆਇਨ ਕੀਤਾ ਕੋਈ ਤੁਹਾਨੂੰ ਇਹ ਰੋਦਿਆਂ ਤੁਸੀਂ ਆਏ ਹੋ ਸੋਸ਼ਲ ਮੀਡੀਆ ਤੇ, ਤੁਹਾਨੂੰ ਨਹੀਂ ਪਤਾ ਇੱਥੇ ਇੱਕ ਹਾਦਸਾ ਇੱਕ ਸਾਡਾ ਇੱਕ ਮੁਲਕ ਚਲਮੀਆ ਦੇਖੋ ਚਾਹਤ ਬੰਦੇ ਲਈ ਹਾਂ ਜਿਹੜਾ ਵਾਇਰਲ ਹੋ ਗਿਆ, ਐਲਮੀ ਹੈ ਬੜੀ ਜ਼ਿਆਦਾ ਹੈ ਇੱਥੇ ਹੋਰ ਇੱਕ ਹੈਗਾ ਕਾਮੇਡੀਅਨ ਉਹ ਵਾਇਰਲ ਹੋ ਗਿਆ। ਇੱਥੇ ਚਵਲਸ ਜਿਹੜੀਆਂ ਨਾ ਉਹ ਬਹੁਤ ਜਲਦੀ ਵਾਇਰਲ ਹੁੰਦੀਆਂ ਨੇ। ਇੱਥੇ ਇਹ ਪਿੰਕੀਆਂ ਪਰੇ ਹੋਣੀ ਨਾ, ਕੱਲ ਦੇਖਣਾ ਕੋਈ ਹੋਰ ਪਿੰਗਾ ਆਣਾ, ਇਹ ਕੰਮ ਰਹਿਣ ਜੀ। ਮੈਂ ਬੜੀ ਦਫਾ ਦੇਖਿਆ, ਮੈਂ ਕਿਹਾ ਯਾਰ ਸ਼ਾਇਦ ਸੋਸ਼ਲ ਮੀਡੀਆ ਦੇ ਨਾ ਕੋਈ ਬ੍ਰੇਕ ਆ ਜਾਵੇ, ਲੇਕਿਨ ਐਸੇ ਬਦਬਖਤ ਨੇ ਇਹ ਖਬਰ ਨਹੀਂ ਹੁੰਦੀ, ਖਬਰ ਬਣਾ ਲੈ ਮੈਨੇ ਆਪਣਾ ਕਾਰੋਬਾਰ ਨੂੰ ਚਲਾਉਣ ਵਾਸਤੇ ਇਹਨਾਂ ਰੋਜ਼ ਕੋਈ ਨਵੀਂ ਗੱਲ ਚਾਹੀਦੀ ਹੈ। ਉੱਤੇ ਐਸੇ ਥੰਬਨੇਲ ਜਿੱਡਾ ਖੂਬਸੂਰਤ ਥੰਬਨੇਲ ਮੈਂ ਲਾਣਾ ਨਾ ਸੋਫਿਸਟੀਕੇਟਡ, ਮੈਨੂੰ ਕੋਈ ਕੱਢ ਕੇ ਦਿਖਾਵੇ। ਮੈਂ ਤੁਹਾਡੇ ਸਾਹਮਣੇ ਕੀ ਕਰਨਾ, ਮੈਂ ਬੜਾ ਨਾਈਸ ਲਿਖਣਾ कि पिंकी की ताज़ा तरीन अपडेट, कोई और कहना पिंकी का पजामा फाड़ दिया, पिंकी पर तशद्दद, चूरन पा देना। अब गल्लां ठीक है गुप्त होंदियां ने, मैं इंतशार वाले काम ही नहीं करता। मैं कहना यार मेरी ऑडियंस जी ने सुलझी हुई होवे, वो कहन यार दा प्रोग्राम देखो बंदा गल्लां सही करदा है। ਇਹ ਪਿੰਕੀ ਜਿਹੜੀ ਨਾ ਇਹਨੂੰ ਹਾਈਲਾਈਟ ਕੀਤਾ ਜਾ ਰਿਹਾ ਹੈ ਔਰ ਮੇਰੀ ਗੱਲ ਕਾਗਜ਼ ਤੇ ਨੋਟ ਕਰ ਲੈਣਾ, ਇਹ 10-12 ਦਿਨਾਂ ਬਾਅਦ ਬਾਹਰ ਆਣਗੇ। ਮੈਂ ਤੁਹਾਨੂੰ 20 ਦਿਨ ਕਹਿ ਰਿਹਾ ਸੀ ਨਾ, ਇਹ 12-14-15 ਦਿਨ ਬਾਰ-ਬਾਰ ਤੁਸੀਂ ਇਹ ਗੱਲ ਕਹਿੰਦੇ ਹੋ, ਲੇਕਿਨ ਜੋ ਸਾਨੂੰ ਦਿਖਾਇਆ ਜਾ ਰਿਹਾ ਸਾਨੂੰ ਲੱਗਦਾ ਸਾਲ ਨਹੀਂ ਆ ਸਕਦੀ। ਇਹੀ ਤੇ ਕੁਦਰਤ ਦੇ ਖੇਡ ਰਹੇ ਨਾ, ਤੁਸੀਂ ਵੇਖੀ ਜਾਓ ਕਿੰਦਾ ਇਹਨੂੰ ਬਾਅਦ ਮੈਂ ਅਫਵਾਹ ਬਣਾ ਲਿੱਤਾ ਜਾਣਾ, ਇਹਦੀ ਬੇਲ ਕੋਟਨ ਦੇ ਦੇਗੀ ਔਰ ਬੜੇ ਤਰੀਕੇ ਨਿਕਾਲਦੇ ਨੇ ਜਿਹਦੇ ਇੱਕ ਬੰਦੇ ਨੂੰ ਰਿਲੀਫ ਚ ਦੇਣਾ। ਤੁਸੀਂ ਦੇਖਿਆ ਨਹੀਂ ਤਾਂ ਯਾਨੀ ਕਿ ਜਦੋਂ ਤੱਕ ਸਾਨੂੰ ਨਜ਼ਰ ਆ ਰਹੀ ਹੈ ਤੇ ਖਬਰ ਹੀ ਚ ਜਦੋਂ ਦੀ ਖਬਰ ਖਤਮ ਬੰਦ ਪਿੱਛੇ ਹੋ ਜਾਏਗੀ ਕਿਸੇ ਨੂੰ ਪਤਾ ਹੀ ਨਹੀਂ ਚੱਲਣਾ। ਅਬਦੁਰਰਹਿਮਾਨ ਸਾਹਿਬ ਮੀਡੀਆ ਜਿਹੜਾ ਨਾ ਮੀਡੀਆ, ਇਹ ਮੇਰੀ ਗੱਲ ਕਾਗਜ਼ ਤੇ ਨੋਟ ਕਰ ਰਹਾ, ਹੁਣ ਇਹ ਤਾਂ ਹੱਥ ਚੁੱਕ ਜਾਵੇ ਨਾ ਤੇ ਉਹਦੀ ਵਿਚਾਰੀ ਕੱਲ ਜਾਨ ਛੁੱਟ ਸਕਦੀ। ਇਹ ਮੀਡੀਆ ਜਿਹੜਾ ਮਗਰ ਪੈ ਗਿਆ ਸਿਰਫ ਉਹਦੀ ਉਸ ਆਡੀਓ ਤੋਂ ਜਿਹੜੀ ਕਿ ਯਾਨੀ ਫੇਕ ਨਹੀਂ ਮੈਂ ਕਹਿੰਦਾ, ਉਹ ਜਿਹੜੀ ਨਾ ਯਾਨੀ ਮਿਕਸ ਕਰਕੇ ਨਾ 5-7-10 ਕਲਿੱਪਾਂ ਬਣਾਈ ਗਈ। ਮੈਂ ਇਸੇ ਗੱਲ ਦੇ ਸਟੈਂਡ ਲੈ ਰਿਹਾ, ਇਹੀ ਮੇਰਾ ਮੌਕਫ ਹੈ। ਔਰ ਹੁਣ ਤੁਸੀਂ ਦੇਖ ਲੈਣਾ ਜਿਹੜੀ ਮੈਂ ਤੁਹਾਨੂੰ ਗੱਲ ਦਾ, ਇਹ ਈਦ ਤੋਂ 2-4-5 ਦਿਨਾਂ ਬਾਅਦ ਬਾਹਰ ਹੋਈ, ਵੇਖ ਲੈਣਾ ਸੀ। ਉਹ ਹੁਣ ਤੱਕ ਸਾਨੂੰ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਵੀ ਇਹ ਤਾਂ ਪਾਇਆ ਕੀ ਜੇ, ਇਹਦੇ ਕੋਲ ਕੀ ਬਰਾਮਦ ਹੈ, ਕਰੰਸੀ ਕਿੰਨੀ ਬਰਾਮਦ ਹੋਈ, ਕੈਸ਼ ਮੇਰੀ ਘੁੰਮਣ ਨੂੰ ਕਿੰਨੇ ਪੈਸੇ ਆਏ ਨੇ ਇਹਦੇ ਕੋਲ, ਪਾਉਂਡ ਕਿੰਨੇ ਲੱਭੇ, ਯੂਰੋ, ਲੀਰੇ, ਦਰਮ, ਸੋਮ ਕਿੰਨੇ ਲੱਭੇ ਨੇ, ਸਾਨੂੰ ਦੱਸੋ।
ਉਹਦਾ ਕੋਈ ਜ਼ਿਕਰ ਫਿਕਰ ਹੀ ਨਹੀਂ ਆ ਜੀ। ਪਿੰਕੀ ਦੇ ਘਰ ਪਹੁੰਚ ਉਹ ਕੱਲ 20 ਪ੍ਰੋਗਰਾਮ ਮੈਂ ਵੇਖੇ, ਪਿੰਕੀ ਦੇ ਘਰ ਕੇ ਆ ਗਿਆ ਮਹੱਲੇਦਾਰ ਪੁੱਛ ਰਹੇ ਉਹ ਕੀ ਪਾਉਂਦੀ ਸੀ ਯਾਰ, ਕੀ ਕਰਦੇ ਹੋ, ਬਟ ਨੌਨਸੈਂਸ ਯਾਰ। ਕੌਣ ਲੋਕ ਅਸੀਂ? ਇਹ ਜਿਹੋ ਜਿਹੀ ਕੌਮ ਹੈ ਨਾ, ਇਹੋ ਜਿਹੇ ਸਾਡੇ ਉੱਤੇ ਹੁਕਮਰਾਨ ਵੀ ਅੱਲਾ ਨੇ ਉਹੋ ਜਿਹੇ ਦਿੱਤੇ ਨੇ। ਇਹ ਲਓ ਵੀ ਤੁਹਾਡੀ ਪਸੰਦੀਦਾ ਹੁਕਮਰਾਨ ਤੁਹਾਨੂੰ ਆਏ ਯਾਰ, ਕੋਈ ਤੁਕ ਬੰਦਾ ਕਿ ਉਹ ਛੋਟਾ ਜਿਹਾ ਕੇਸ ਉਹਦਾ, ਉਹਨੂੰ ਖਿੱਚ ਧਰੂ ਕੇ ਉਹਦੀ ਓਵਰ ਐਕਸੈਸ਼ਨ। ਬਲਕਿ ਇਹ ਸਾਡੀ ਬੇਇੱਜ਼ਤੀ ਹੈ, ਜਿੰਨਾ ਜ਼ਿਆਦਾ ਸੀ ਇਹਨੂੰ ਪ੍ਰੋਲੋਂਗ ਕਰ ਰਹੇ ਹਾਂ। ਹਿੰਦੁਸਤਾਨ ਉਹ ਚੇਦੇ ਲਾ ਰਿਹਾ, ਖੋਲ ਕੇ ਦੇਖੋ ਹਿੰਦੁਸਤਾਨ ਦੇ ਚੈਨਲ, ਉਹ ਕਹਿੰਦੇ ਨੇ ਹਮ ਦੁਸ਼ਮਣ को ऐसे ਕਰਦੇ ਆ। ਪਿੰਕੀ ਤੁਹਾਡੇ ਕੋਲ ਸੰਭਾਲੀ ਨਹੀਂ ਜਾ ਰਹੀ। ਦੂਰ ਫਿੜੇ ਮੂੰਹ ਯਾਰ ਸਾਡੇ ਇਹੋ ਜਿਹੇ ਸੋਸ਼ਲ ਮੀਡੀਆ ਦੇ ਕਿ ਪਾਕਿਸਤਾਨ ਦੀ ਜੱਗ ਸਹੀ। ਉਹ ਪਾਕਿਸਤਾਨ ਕਿਸੇ ਦੇ ਪਿਓ ਦਾ ਨਹੀਂ, ਸਾਡਾ ਪਾਕਿਸਤਾਨ ਹੈ। ਜਿੱਥੇ ਪਾਕਿਸਤਾਨ ਦੀ ਉਂਗਲ ਉੱਠਦੀ ਤੁਹਾਡਾ ਕੰਮ ਬਣਦਾ, ਤੁਸੀਂ ਉੱਥੇ ਪਾਕਿਸਤਾਨੀ ਬਣ ਜਾਓ, ਮੁੱਬੇ ਵਤਨ ਬਣ ਕੇ ਦਿਖਾਓ ਨਾ। ਉਹਦੀ ਪ੍ਰੋਟੈਕਸ਼ਨ ਦੀ ਜਗ੍ਹਾ ਆਈ ਹੈ, ਉਹਦੇ ਕੋਈ ਦਿਫਾਅ ਕੋਈ ਗੱਲ ਕਰੀਏ ਬਗੈਰ ਚੂਨਾ ਚੂਰਨ ਇੰਜ ਪਾਉਂਦੇ ਨੇ ਕਿ ਬਸ ਛੱਡ ਗੱਲ ਉਹਦੀ, ਅੱਲਾ ਹੀ ਹਾਫਿਜ਼ ਹੈ। ਤੇ ਬਾਕੀ ਜਿਹੜੀ ਗੱਲ ਮੈਂ ਤੁਹਾਨੂੰ ਕਹਿਤੀ ਨਾ ਕਿ ਪਿੰਕੀ ਜਿਹੜੀ ਹੈ ਨਾ 10 12 15 ਦਿਨਾਂ ਦੇ ਵਿੱਚ ਬਾਹਰ ਹੋਈ ਹੈ। ਇਹ ਗੱਲ ਹੁਣ ਤੁਸੀਂ ਦੇਖਣਾ ਕਿ ਮੈਂ ਕਿੰਨੇ % ਸਹੀ ਗਈ ਹੈ। ਇਹ ਮੇਰਾ ਤਜਰਬਾ ਹੈ।